ਵੈਲਕਮ ਸਟੂਡੈਂਟਸ। ਸਾਡਾ ਅੱਜ ਦਾ ਟੌਪਿਕ ਆ ਬਾਲ ਵਿਕਾਸ ਅਤੇ ਸਿੱਖਿਆ ਮਨੋਵਿਗਿਆਨ, ਚਾਈਲਡ ਡਿਵੈਲਪਮੈਂਟ ਐਂਡ ਐਜੂਕੇਸ਼ਨਲ ਸਾਈਕੋਲੋਜੀ। ਪਹਿਲਾਂ ਸਿੱਖਿਆ ਮਨੋਵਿਗਿਆਨ ਦਾ ਅਰਥ ਦੇਖਦੇ ਹਾਂ ਅਸੀਂ। ਮਨੋਵਿਗਿਆਨ ਦੇ ਸਿਧਾਂਤਾਂ ਦੀ ਸਿੱਖਿਆ ਦੇ ਖੇਤਰ ਵਿੱਚ ਵਰਤੋਂ ਹੀ ਸਿੱਖਿਆ ਮਨੋਵਿਗਿਆਨ ਆ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਕਿ ਸਿੱਖਿਆ ਮਨੋਵਿਗਿਆਨ ਤੋਂ ਭਾਵ ਸਿੱਖਿਆ ਸੰਬੰਧੀ ਮਨੋਵਿਗਿਆਨ ਤੋਂ ਆ। ਇਹ ਸਿੱਖਿਆ ਪ੍ਰਕਿਰਿਆ ਵਿੱਚ ਮਨੁੱਖੀ ਵਿਵਹਾਰ ਦਾ ਅਧਿਐਨ ਕਰਨ ਵਾਲਾ ਵਿਗਿਆਨ ਹੈ। ਇਹਦੀਆਂ ਪਰਿਭਾਸ਼ਾਵਾਂ ਸਕਿਨਰ ਦੇ ਸ਼ਬਦਾਂ 'ਚ ਅਸੀਂ ਕੀ ਕਹਾਂਗੇ? ਸਿੱਖਿਆ ਮਨੋਵਿਗਿਆਨ ਆ ਜਿਹੜਾ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਸਿੱਖਣ ਸਿਖਾਉਣ ਨਾਲ ਸੰਬੰਧ ਰੱਖਦੀ ਆ। ਇਸ ਦੇ ਅਧੀਨ ਸਿੱਖਿਆ ਸੰਬੰਧੀ ਸੰਪੂਰਨ ਵਿਵਹਾਰ ਸ਼ਖਸੀਅਤ ਦਾ ਵਿਕਾਸ ਕਰਦੀ ਆ। ਕਰੋ ਤੇ ਕਰੋ ਦੀ ਡੈਫੀਨੇਸ਼ਨ ਆ, ਸਿੱਖਿਆ ਮਨੋਵਿਗਿਆਨ ਵਿਅਕਤੀ ਦੇ ਜਨਮ ਤੋਂ ਬਜ਼ੁਰਗੀ ਅਵਸਥਾ ਤੱਕ ਸਿੱਖਣ ਦੇ ਅਨੁਭਵਾਂ ਦਾ ਵਰਣਨ ਤੇ ਵਿਆਖਿਆ ਕਰਦਾ ਹੈ। ਗੇਟਸ ਦੇ ਅਨੁਸਾਰ ਸਿੱਖਿਆ ਨਾਲ ਸੰਬੰਧਿਤ ਇਹੋ ਜਿਹੀਆਂ ਕਈ ਵਿਸ਼ੇਸ਼ਤਾਵਾਂ ਜਾਂ ਵਿਸ਼ੇਸ਼ ਸਮੱਸਿਆਵਾਂ ਦਾ ਹੱਲ ਸਿੱਖਿਆ ਮਨੋਵਿਗਿਆਨ ਦੁਆਰਾ ਕੀਤਾ ਜਾਂਦਾ ਹੈ। ਟਰੋ ਦੇ ਸ਼ਬਦਾਂ ਦੇ ਵਿੱਚ ਇੱਕ ਡੈਫੀਨੇਸ਼ਨ ਹੋਰ ਆ, ਸਟੀਫਨ ਦੀ ਡੈਫੀਨੇਸ਼ਨ ਦਿੱਤੀ ਹੋਈ ਆ ਤੁਹਾਨੂੰ। ਇਹ ਸਾਰੀਆਂ ਡੈਫੀਨੇਸ਼ਨਸ ਨੇ ਜਿਹੜੀਆਂ ਤੁਸੀਂ ਪੜ੍ਹਨੀਆਂ ਨੇ। ਸਿੱਖਿਆ ਮਨੋਵਿਗਿਆਨ ਸਿੱਖਿਆ ਦੀਆਂ ਗੁੰਝਲਦਾਰ ਪਰਿਸਥਿਤੀਆਂ ਦਾ ਮਨੋਵਿਗਿਆਨ ਤਰੀਕੇ ਨਾਲ ਹੱਲ ਕਰਨਾ ਹੈ। ਸਟੀਫਨ ਨੇ ਕੀ ਕਿਹਾ ਹੈ? ਸਿੱਖਿਆ ਮਨੋਵਿਗਿਆਨ ਸਿੱਖਿਆ ਦੇ ਵਾਧੇ ਅਤੇ ਵਿਕਾਸ ਦਾ ਵਿਧੀਪੂਰਨ ਅਧਿਐਨ ਹੈ। ਹੁਣ ਅਸੀਂ ਸਿੱਖਿਆ ਮਨੋਵਿਗਿਆਨ ਦਾ ਵਿਕਾਸ ਤੇ ਉਦੇਸ਼ ਕਰਦੇ ਹਾਂ। ਮੌਂਟੇਸਰੀ ਦੇ ਸ਼ਬਦਾਂ ਦੇ ਵਿੱਚ ਅਧਿਆਪਕ ਜਿੰਨਾ ਜ਼ਿਆਦਾ ਪ੍ਰਯੋਗਾਤਮਕ ਮਨੋਵਿਗਿਆਨਕ ਗਿਆਨ ਰੱਖਦਾ ਹੋਵੇਗਾ ਉਨਾ ਹੀ ਜ਼ਿਆਦਾ ਜਾਣਦਾ ਹੋਵੇਗਾ ਕਿ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਜਾਵੇ, ਕਦੋਂ ਸਮਝਾਇਆ ਜਾਵੇ ਅਤੇ ਬੱਚਿਆਂ ਤੇ ਸਿੱਖਿਆ ਨਾਲ ਸੰਬੰਧਿਤ ਮੁਸ਼ਕਲਾਂ ਨੂੰ ਕਿਵੇਂ ਹੱਲ ਕੀਤਾ ਜਾਵੇ। ਸਿੱਖਿਆ ਮਨੋਵਿਗਿਆਨ ਦਾ ਖੇਤਰ ਸਿੱਖਿਆ ਮਨੋਵਿਗਿਆਨ ਦਾ ਖੇਤਰ ਬਾਕੀ ਵਿਗਿਆਨਾਂ ਵਾਂਗ ਵਿਸਤ੍ਰਿਤ ਹੈ। ਮਨੁੱਖ ਦਾ ਵਿਵਹਾਰ ਇਸ ਦਾ ਮੁੱਖ ਵਿਸ਼ਾ ਹੈ। ਇੱਕ ਮਨੋਵਿਗਿਆਨੀ ਅਨੁਸਾਰ ਸਿੱਖਿਆ ਮਨੋਵਿਗਿਆਨ ਦਾ ਸੰਬੰਧ ਨਾ ਸਿਰਫ ਵਿਵਹਾਰ ਨਾਲ ਸਗੋਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਨਿਰਦੇਸ਼ਕ ਤੱਤਾਂ ਦਾ ਵਿਗਿਆਨ ਹੈ। ਇਸ ਦਾ ਖੇਤਰ ਅਸੀਂ ਇਸ ਢੰਗ ਨਾਲ ਵੀ ਦੇਖ ਲਾਂਗੇ। ਸਿੱਖਿਆ ਮਨੋਵਿਗਿਆਨ ਦਾ ਖੇਤਰ ਕੀ ਆ? ਵਿਵਹਾਰ ਦਾ ਅਧਿਐਨ, ਮਾਪਣ ਤੇ ਮੁਲਾਂਕਣ, ਵਿਅਕਤੀਗਤ ਭਿੰਨਤਾਵਾਂ ਦਾ ਅਧਿਐਨ, ਵਿਅਕਤੀਗਤ ਅਧਿਐਨ, ਵਿਕਾਸ ਦੇ ਪੜਾਵਾਂ ਦਾ ਅਧਿਐਨ ਤੇ ਨਿਰਦੇਸ਼ ਤੇ ਹੱਲ ਦਾ ਗਿਆਨ। ਤਾਂ ਇਹਦਾ ਕਾਰਜ ਖੇਤਰ ਆ। ਪਹਿਲਾਂ ਸਭ ਤੋਂ ਅਸੀਂ ਕਹਾਂਗੇ ਕਿ ਵਿਵਹਾਰ ਦਾ ਜਿਹੜਾ ਅਧਿਐਨ ਆ ਉਹਨੂੰ ਸਿੱਖਿਆ ਦਾ ਮਨੋਵਿਗਿਆਨ ਕਿਹਾ ਜਾਂਦਾ ਹੈ, ਜਾਂ ਵਿਵਹਾਰ ਦਾ ਜੋ ਵੀ ਅਧਿਐਨ ਆ ਉਹ ਸਿੱਖਿਆ ਮਨੋਵਿਗਿਆਨ ਦੇ ਖੇਤਰ ਵਿੱਚ ਆਉਂਦਾ ਹੈ। ਫਿਰ ਮਾਪਣ ਤੇ ਮੁਲਾਂਕਣ, ਜੋ ਵੀ ਟੈਕਨੀਕਸ ਨੇ ਮਾਪਣ ਦੀਆਂ ਤੇ ਮੁਲਾਂਕਣ ਦੀਆਂ, ਬਿਹੇਵੀਅਰ ਮਾਪਣਾ ਹੈ, ਪ੍ਰੋਗਰੈਸ ਮਾਪਣੀਆਂ, ਉਹ ਸਾਰੀਆਂ ਸਿੱਖਿਆ ਮਨੋਵਿਗਿਆਨ ਦੇ ਖੇਤਰ 'ਚ ਆਉਂਦੀਆਂ ਨੇ। ਵਿਅਕਤੀਗਤ ਭਿੰਨਤਾਵਾਂ ਦਾ ਅਧਿਐਨ, ਕਿਉਂਕਿ ਦੋ ਵਿਅਕਤੀ ਨੇ ਜਿਹੜੇ ਇੱਕੋ ਜਿਹੇ ਨਹੀਂ ਹੁੰਦੇ, ਤਾਂ ਇਸ ਲਈ ਜਿਹੜੇ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਵਿਅਕਤੀਗਤ ਭਿੰਨਤਾਵਾਂ ਦਾ ਅਧਿਐਨ ਕਰਨਾ ਜ਼ਰੂਰੀ ਆ, ਜੋ ਕਿ ਸਿੱਖਿਆ ਮਨੋਵਿਗਿਆਨ ਦੇ ਖੇਤਰ 'ਚ ਆਉਂਦਾ ਹੈ। ਵਿਅਕਤੀਗਤ ਅਧਿਐਨ ਕਿਸੇ ਵਿਅਕਤੀ ਨੂੰ ਵਾਂਚਣਾ, ਉਸ ਦਾ ਅਧਿਐਨ ਕਰਨਾ, ਕੇਸ ਸਟੱਡੀ ਕਹਿ ਸਕਦੇ ਹਾਂ ਅਸੀਂ ਇਸ ਨੂੰ, ਇਹ ਵੀ ਸਿੱਖਿਆ ਮਨੋਵਿਗਿਆਨ ਦਾ ਖੇਤਰ ਆ। ਫਿਰ ਹੈਗਾ ਵਿਕਾਸ ਦੇ ਪੜਾਵਾਂ ਦਾ ਅਧਿਐਨ, ਡਿਵੈਲਪਮੈਂਟ ਦੀਆਂ ਸਟੇਜਿਸ ਕਿਸ ਤਰ੍ਹਾਂ ਦੀਆਂ ਕਿਹੜੀਆਂ ਹੁੰਦੀਆਂ ਨੇ, ਉਹਨਾਂ ਦਾ ਵਿਸ਼ਾ ਵਸਤੂ ਕੀ ਆ। ਇਹ ਸਾਰੀਆਂ ਚੀਜ਼ਾਂ ਸਿੱਖਿਆ ਮਨੋਵਿਗਿਆਨ ਦੇ ਖੇਤਰ ਅੰਦਰ ਆਉਂਦੀਆਂ ਨੇ। ਨਿਰਦੇਸ਼ ਤੇ ਹੱਲ ਦਾ ਗਿਆਨ, ਇਹ ਜਿਹੜੀ ਸਿੱਖਿਆ ਮਨੋਵਿਗਿਆਨ ਦਾ ਖੇਤਰ ਆ ਇਹ ਬਹੁਤ ਬਰੋਡ ਖੇਤਰ ਆ। ਤਾਂ ਮਨੁੱਖ ਦੇ ਜਿਹੜੇ ਬਿਹੇਵੀਅਰ ਨੂੰ ਟੋਟਲੀ ਸਟੱਡੀ ਕਰਨ ਦਾ ਖੇਤਰ ਆ। ਇਸ ਤਰ੍ਹਾਂ ਸਿੱਖਿਆ ਮਨੋਵਿਗਿਆਨ ਵਿੱਚ ਸਰੀਰਕ ਤੇ ਮਾਨਸਿਕ ਵਿਵਹਾਰ ਜਿਵੇਂ ਜਜ਼ਬੇ, ਸੁਭਾਅ, ਹਮਦਰਦੀ ਆਦਿ ਦਾ ਅਧਿਐਨ ਸ਼ਾਮਿਲ ਹੁੰਦਾ ਹੈ। ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਵਿਅਕਤੀਗਤ ਵਿਵਹਾਰ ਦੀ ਭਿੰਨਤਾ ਹੁੰਦੀ ਹੈ। ਇਹਨਾਂ ਵਿਵਹਾਰਾਂ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਸਿੱਖਿਆ ਮਨੋਵਿਗਿਆਨ ਹੀ ਕਰਦਾ ਹੈ। ਇਸ ਵਿੱਚ ਬੱਚੇ ਦਾ ਵਿਅਕਤੀਗਤ ਤੌਰ 'ਤੇ ਅਧਿਐਨ ਕੀਤਾ ਜਾਂਦਾ ਹੈ। ਬੱਚੇ ਦੀ ਪ੍ਰਕਿਰਤੀ, ਵਿਕਾਸ, ਮੁਲਾਂਕਣ ਆਦਿ ਕਰਨਾ ਸ਼ਾਮਲ ਹੁੰਦਾ ਹੈ। ਹਰ ਵਿਅਕਤੀ ਦੂਜੇ ਵਿਅਕਤੀ ਤੋਂ ਵੱਖਰਾ ਹੁੰਦਾ ਹੈ।
ਇਸ ਲਈ ਸਿੱਖਿਆ ਮਨੋਵਿਗਿਆਨ ਹੀ ਇਹਨਾਂ ਭਿੰਨਤਾਵਾਂ ਦੇ ਆਧਾਰ ਤੇ ਸਿੱਖਿਆ ਪ੍ਰਣਾਲੀ ਨੂੰ ਨਿਸ਼ਚਿਤ ਕਰਦਾ ਹੈ। ਬੱਚੇ ਵਿੱਚ ਸਿੱਖਣ ਅਤੇ ਹੋਰ ਉਪਲਬਧੀਆਂ ਜਾਂ ਪ੍ਰਾਪਤੀਆਂ ਦਾ ਮਾਪ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਸਿੱਖਿਆ ਮਨੋਵਿਗਿਆਨ ਹੀ ਇਹਨਾਂ ਪ੍ਰਾਪਤੀਆਂ ਦਾ ਮੁਲਾਂਕਣ ਦਾ ਆਧਾਰ ਤੈਅ ਕਰਦਾ ਹੈ। ਸਿੱਖਿਆ ਮਨੋਵਿਗਿਆਨ ਦੁਆਰਾ ਹੀ ਬੱਚੇ ਸਹੀ ਅਗਵਾਈ ਦੇ ਨਿਰਦੇਸ਼ ਦਿੱਤੇ ਤੇ ਸਮੱਸਿਆਵਾਂ ਦਾ ਹੱਲ ਪੇਸ਼ ਕੀਤੇ ਜਾਂਦੇ ਹਨ। ਸਿੱਖਿਆ ਮਨੋਵਿਗਿਆਨ ਦੀ ਤਿਰਭੁਜ ਦੇਖਦੇ ਹਾਂ ਅਸੀਂ, ਇਹਦੇ ਵਿੱਚ ਕਿੰਨੇ ਜਿਹੜੇ ਆਸਪੈਕਟ ਹੁੰਦੇ ਨੇ। ਨੰਬਰ 1 ਤੇ ਹੈਗਾ ਸਿੱਖਿਆਰਥੀ, ਸਿੱਖਣ ਪ੍ਰਕਿਰਿਆ, ਸਿੱਖਣ ਹਾਲਾਤਾਂ ਜਾਂ ਪਰਿਸਥਿਤੀਆਂ। ਤਾਂ ਪ੍ਰਭਾਵਸ਼ਾਲੀ ਬਣਾਉਣ ਲਈ ਇਹ 3 ਬਿੰਦੂ ਲੋੜੀਂਦੇ ਨੇ: ਸਿੱਖਿਆਰਥੀ, ਸਿੱਖਣ ਪ੍ਰਕਿਰਿਆ, ਸਿੱਖਣ ਹਾਲਾਤ ਜਾਂ ਪਰਿਸਥਿਤੀਆਂ। ਲਰਨਿੰਗ ਸਿਚੁਏਸ਼ਨਸ, ਲਰਨਰ ਤੇ ਲਰਨਿੰਗ ਪ੍ਰੋਸੈਸ। ਅੱਗੇ ਡਿਟੇਲ 'ਚ ਦੇਖਦੇ ਹਾਂ ਇਹਨੂੰ ਅਸੀਂ। ਸਿੱਖਿਆਰਥੀ ਆ ਜਿਹੜਾ, ਇਹ ਇੱਕ ਸ਼ਾਬਦਿਕ ਅਰਥ ਹੈ ਜਿਹੜਾ ਉਹ ਹੈ ਸਿੱਖਣ ਵਾਲਾ। ਜਮਾਤ ਵਿੱਚ ਅਧਿਐਨ ਕਰਨ ਵਾਲੇ ਵਿਦਿਆਰਥੀ ਵੀ ਸਿੱਖਿਆਰਥੀ ਹੀ ਅਖਵਾਉਂਦੇ ਹਨ। ਸਿੱਖਿਆ ਪ੍ਰਣਾਲੀ ਵਿੱਚ ਸਿੱਖਿਆਰਥੀ ਦਾ ਪਰਿਵਾਰਿਕ ਪਿਛੋਕੜ, ਬੁੱਧੀ ਪੱਤਰ, ਚਿੱਤਰ ਤੇ ਹੋਰ ਸੰਬੰਧਿਤ ਗੁਣਾਂ ਨੂੰ ਜਾਣ ਲੈਣਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਨਾਲ ਸਿੱਖਿਆਰਥੀ ਦਾ ਸਹੀ ਢੰਗ ਨਾਲ ਅਗਵਾਈ ਕੀਤੀ ਜਾ ਸਕਦੀ ਹੈ। ਸਿੱਖਣ ਪ੍ਰਕਿਰਿਆ ਵਿੱਚ ਬੱਚੇ ਦੇ ਸਿੱਖਣ ਦੀਆਂ ਭਿੰਨ-ਭਿੰਨ ਕਿਰਿਆਵਾਂ ਆਉਂਦੀਆਂ ਨੇ, ਜਿਵੇਂ ਸਿੱਖਣ ਕਿਰਿਆ ਵਿੱਚ ਸਮੇਂ ਦੀ ਕੀ ਭੂਮਿਕਾ ਹੁੰਦੀ ਹੈ, ਸਿੱਖਣ ਕਿਰਿਆ ਵਿੱਚ ਰੁਚੀ, ਪ੍ਰੇਰਨਾ, ਵਾਤਾਵਰਣ ਤੇ ਅਚੇਤਨ ਮਨ ਦਾ ਕੀ ਸਥਾਨ ਹੈ, ਸਿੱਖਣ ਦੇ ਸਰਵ ਉੱਤਮ ਉਪਾਅ ਕੀ ਹਨ, ਸਿੱਖਣ ਦੇ ਵਿਭਿੰਨ ਸਿਧਾਂਤਾਂ ਦਾ ਸਿੱਖਿਆ ਵਿੱਚ ਕੀ ਉਪਯੋਗ ਹੈ, ਸਿੱਖਣ ਦੀ ਪ੍ਰਗਤੀ ਜਾਂ ਮੁਲਾਂਕਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਸਿੱਖਣ ਦੇ ਤੱਤਾਂ। ਇਸ ਬਿੰਦੂ ਵਿੱਚ ਸਿੱਖਣ ਪ੍ਰਕਿਰਿਆ ਦੇ ਸਿਧਾਂਤਾਂ, ਸਿੱਖਣ ਪ੍ਰਕਿਰਿਆ ਦੇ ਤੱਤਾਂ ਤੇ ਆਦਤਾਂ ਦੇ ਅਨੇਕ ਵਿਸ਼ਿਆਂ ਦਾ ਅਧਿਐਨ ਆ ਜਿਹੜਾ ਉਹ ਸਿੱਖਿਆ ਮਨੋਵਿਗਿਆਨ ਦੁਆਰਾ ਕੀਤਾ ਜਾਂਦਾ ਹੈ। ਅੱਗੇ ਹੈਗਾ ਸਿੱਖਣ ਦੀਆਂ ਪਰਿਸਥਿਤੀਆਂ। ਸਿੱਖਣ ਪਰਿਸਥਿਤੀਆਂ ਤੋਂ ਭਾਵ ਸਿੱਖਿਆਰਥੀ ਦੀਆਂ ਸਿੱਖਣ ਪ੍ਰਕਿਰਿਆ ਤੇ ਭਾਵ ਪਾਉਣ ਵਾਲੀਆਂ ਹਾਲਾਤਾਂ ਤੋਂ ਆ। ਇਸ ਦੇ ਅਧੀਨ ਵੰਸ਼, ਵਾਤਾਵਰਣ ਤੋਂ ਇਲਾਵਾ ਸਰੀਰਕ, ਮਾਨਸਿਕ, ਭਾਵਾਤਮਕ ਕਿਰਿਆਵਾਂ ਦਾ ਵੀ ਪ੍ਰਭਾਵ ਪੈਂਦਾ। ਸਿੱਖਣ ਪ੍ਰਕਿਰਿਆ ਉੱਤੇ ਅਧਿਆਪਕ ਦੇ ਵਿਅਕਤੀਤਵ ਅਤੇ ਉਸਦੇ ਗਿਆਨ ਦਾ ਵੀ ਪ੍ਰਭਾਵ ਸਭ ਤੋਂ ਜ਼ਿਆਦਾ ਪੈਂਦਾ ਹੈ। ਇਸ ਤਰ੍ਹਾਂ ਬੱਚੇ ਦਾ ਸਰਵਪੱਖੀ ਵਿਕਾਸ ਲਈ ਸਿੱਖਿਆ ਮਨੋਵਿਗਿਆਨ ਦਾ ਗਿਆਨ ਪ੍ਰਾਪਤ ਹੋਣਾ ਜ਼ਰੂਰੀ ਹੈ। ਤਾਂ ਅਸੀਂ ਇਸ ਵੀਡੀਓ ਵਿੱਚ ਬਾਲ ਵਿਕਾਸ ਤੇ ਜਿਹੜਾ ਸਿੱਖਿਆ ਮਨੋਵਿਗਿਆਨ ਇਹ ਕੀਤਾ ਹੈ। ਅਸੀਂ ਅਗਲੀ ਵੀਡੀਓ ਦੇ ਵਿੱਚ ਅਗਲਾ ਟੌਪਿਕ ਕਰਾਂਗੇ ਇਸੇ ਦੇ ਨਾਲ ਰਿਲੇਟਡ। ਓਕੇ, ਥੈਂਕਸ।